हाँ जी, वाहिगुरू जी का खालसा वाहिगुरू जी की फतेह। मैं संगतां दे ਗਿਆਤ ਵਾਸਤੇ ਇੱਕ ਬੇਨਤੀ ਕਰ ਰਿਹਾ ਹਾਂ ਕਿ ਅਸੀਂ ਇੱਕ ਨਿਊ ਐਪੀਸੋਡ ਸਿੱਖ ਮਤ ਜੋ ਸੰਗਤਾਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਜੋ ਵੀ ਇਸ ਦੀ ਹੋਰ ਰੂਪ ਰੇਖਾ ਅਸੀਂ ਬਣਾਵਾਂਗੇ ਉਹ ਆਪ ਜੀ ਨੂੰ ਨਾਲ ਨਾਲ ਅਸੀਂ ਅਪਡੇਟ ਕਰਦੇ ਰਵਾਂਗੇ। ਤੇ ਅੱਜ ਅਸੀਂ ਇੱਕ ਖੁੱਲੀ ਜੀ ਵਿਚਾਰ ਕਰ ਰਹੇ ਹਾਂ ਕਿ ਇੱਕ ਓਂਕਾਰ ਦੇ ਉੱਪਰ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਇੱਕ ਓਂਕਾਰ ਲਿਖਿਆ ਉਹਦੇ ਵਿੱਚ ਸਾਨੂੰ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਉਹਦੇ ਵਾਸਤੇ ਅਸੀਂ ਗੱਲ ਕਰਨ ਨਾਲ ਮੇਰੇ ਦੋ ਵੀਰ ਨਾਲ ਬੈਠੇ ਨੇ, ਵੀਰ ਜਤਿੰਦਰ ਸਿੰਘ ਜੀ ਤੇ ਵੀਰ ਦਲਜੀਤ ਸਿੰਘ ਜੀ। ਉਹਨਾਂ ਦੋਨਾਂ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪਾਂ ਅੱਜ ਪਹਿਲਾ ਸ਼ੋਅ ਜਿਹੜਾ ਵਾ ਸਟਾਰਟ ਕਰ ਰਹੇ ਹਾਂ, ਹਾਂਜੀ, ਤੇ ਉਹਦੇ ਵਿੱਚ ਆਪਾਂ ਅੱਜ ਇੱਕ ਸੁੱਲੀ ਜੀ ਗੱਲ ਕਰਾਂਗੇ ਇੱਕ ਓਂਕਾਰ ਦੀ। ਬਿਲਕੁਲ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਓਂਕਾਰ ਜਿਹੜਾ ਲਿਖਿਆ ਵਾ ਕਿ ਰੱਬ, ਜਿੱਦਾਂ ਅਸੀਂ ਆਮ ਹੀ ਇੱਕ ਵਿਆਖਿਆਕਾਰ ਸਾਡੇ ਵਿਆਖਿਆ ਕਰਦੇ ਆ ਕਿ ਪ੍ਰਮਾਤਮਾ ਇੱਕ ਹੈ, ਰੱਬ ਇੱਕ ਹੈ, ਹਾਂਜੀ, ਪਰ ਉਹ ਰੱਬ ਹੈ ਕਿੱਥੇ ਆ? ਕੋਈ ਤਾਂ ਕਹਿੰਦਾ ਰੱਬ ਸੱਤਵੇਂ ਅਸਮਾਨ ਤੇ ਆ, ਕੋਈ ਕਹਿੰਦਾ ਕਿ ਰੱਬ ਪੱਛਮ ਚ ਆ, ਕੋਈ ਕਹਿੰਦਾ ਕਿ ਦੱਖਣ ਦੇ ਵਿੱਚ ਆ। ਪਰ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਇੱਕ ਓਂਕਾਰ ਲਿਖਿਆ ਵਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਇੱਕ ਓਂਕਾਰ ਹੈ ਕਿੱਥੇ ਆ, ਇੱਕ ਓਂਕਾਰ ਦਾ ਵਾਸਾ ਕਿੱਥੇ ਆ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲੇ, ਵੀ ਉਹ ਤੇਰਾ ਦਰ ਕਿਸ ਤਰ੍ਹਾਂ ਦਾ ਵਾ, ਤੇਰਾ ਘਰ ਕਿੱਦਾਂ ਦਾ ਜਿੱਥੇ ਤੂੰ ਇਹਨਾਂ ਜੀਆਂ ਸਾਰਿਆਂ ਦੀ ਸੰਭਾਲ ਕਰਦਾ ਵਾ। ਅੱਜ ਆਪਾਂ ਉਹਦੇ ਬਾਰੇ ਕਰਾਂਗੇ ਕਿ ਉਹ ਘਰ ਤੇ ਉਹ ਦਰ ਤੇ ਜਿੱਥੇ ਸੰਭਾਲ ਕਰਦਾ ਉਹ ਕਿੱਥੇ ਆ, ਉਹਦੇ ਬਾਰੇ। ਹਾਂਜੀ ਦਲਜੀਤ ਸਿੰਘ ਜੀ, ਤੁਸੀਂ ਆਪਣੇ ਵਿਚਾਰ ਦਿਓ। ਹਾਂਜੀ, ਅੱਜ ਆਪਣਾ ਜੋ ਇਹ ਪ੍ਰੋਗਰਾਮ ਹੈ ਉਹਦਾ ਪਹਿਲਾ ਐਪੀਸੋਡ ਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਦਾ ਪਹਿਲਾ ਜੋ ਸ਼ਬਦ ਹੈ ਇੱਕ ਓਂਕਾਰ। ਤੁਸੀਂ ਜਿਹਦੇ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ, ਹਾਂਜੀ, ਦੇਖਿਆ ਜਾਵੇ ਤਾਂ ਸਿੱਖਾਂ ਦੇ ਵਿੱਚ ਸਭ ਤੋਂ ਵੱਧ ਭੰਬਲ ਭੁੱਸਾ ਪਾਇਆ ਜਾਂਦਾ ਇੱਕ ਓਂਕਾਰ ਦੀ ਵਿਆਖਿਆ ਤੇ। ਜੀ, ਤੁਸੀਂ ਜਦੋਂ ਵਿਆਖਿਆ ਪ੍ਰਣਾਲੀ ਦੇਖਦੇ ਹੋ, ਤੁਸੀਂ ਜਦੋਂ ਵੱਖੋ ਵੱਖਰੀਆਂ ਵਿਆਖਿਆਵਾਂ ਨੂੰ ਪੜ੍ਹਦੇ ਹੋ, ਉਹਦੇ ਵਿੱਚ ਇੱਕ ਓਂਕਾਰ ਦਾ ਜੋ ਮਤਲਬ ਹੈ ਉਹ ਇੱਕ ਰੱਬ ਕਰਕੇ ਕੀਤਾ ਗਿਆ। ਪਰ ਜਦੋਂ ਗੁਰੂ ਸਾਹਿਬ ਦਾ ਜਨਮ ਹੋਇਆ, ਜਦੋਂ ਗੁਰਬਾਣੀ ਹੋਂਦ ਵਿੱਚ ਆਈ, ਆਪਾਂ ਸਾਰੇ ਜਾਣਦੇ ਹਾਂ ਕਿ ਉਸ ਵੇਲੇ ਜੋ ਭਾਰਤ ਸੀ ਉਹਦੇ ਵਿੱਚ ਦੋ ਧਰਮ ਪ੍ਰਚਲਿਤ ਸੀਗੇ, ਜਿਹਦੇ ਵਿੱਚ ਹਿੰਦੂ ਧਰਮ ਤੇ ਮੁਸਲਮਾਨ ਧਰਮ ਸੀ। ਸੋ ਹਿੰਦੂ ਧਰਮ ਜੋ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਦਾ ਹੈ ਅਤੇ ਮੁਸਲਮਾਨ ਧਰਮ ਜੋ ਇੱਕ ਰੱਬ ਵਿੱਚ ਵਿਸ਼ਵਾਸ ਰੱਖਦਾ, ਇੱਕ ਖੁਦਾ ਦੇ ਵਿੱਚ। ਪਰ ਗੁਰਬਾਣੀ ਕਹਿੰਦੀ ਹੈ, ਜੋਗੀ ਗੋਰਖ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸੁਆਮੀ ਰਹਿਆ ਸਮਾਏ। ਸੋ ਭਗਤ ਕਬੀਰ ਜੀ ਇਹਦੇ ਵਿੱਚ ਇੱਕ ਗੱਲ ਕਹਿੰਦੇ ਨੇ ਕਿ ਮੇਰਾ ਰੱਬ ਉਹ ਹੈ ਜੋ ਸਮਾਇਆ ਹੋਇਆ। ਸੋ ਜੋ ਇਹ ਸਾਰੀ ਸ੍ਰਿਸ਼ਟੀ ਹੈ, ਜੋ ਇਹ ਸਾਰੀ ਸ੍ਰਿਸ਼ਟੀ ਦੀ ਬਣਤਰ ਹੈ, ਜਿਹਦੇ ਵਿੱਚ ਸਾਰੇ ਗ੍ਰਹਿ, ਪੂਰੀਆਂ ਗੈਲੈਕਸੀਆਂ, ਉਹ ਹੀ ਇੱਕ ਰੱਬ ਦਾ ਰੂਪ ਹੈ। ਜਿਵੇਂ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਉਦਾਹਰਨ ਦਿੰਦੇ ਹੁੰਦੇ ਆ ਕਿ ਜੋ ਬੀਜ ਹੈ ਉਹੀ ਦਰਖਤ ਬਣ ਗਿਆ। ਸੋ ਆਪਣੇ ਸਿੱਖਾਂ ਨੇ ਕੀ ਕੀਤਾ ਕਿ ਇੱਕ ਰੱਬ ਦੀ ਪਰਿਭਾਸ਼ਾ ਦੇ ਕੇ ਉਹ ਬੀਜ ਨੂੰ ਲੱਭਣਾ ਸ਼ੁਰੂ ਕਰ ਦਿੱਤਾ, ਜਦ ਕਿ ਲੱਭਣਾ ਸੀਗਾ ਸਿਰਫ ਆਪਣੇ ਆਪ ਨੂੰ। ਕਿਉਂਕਿ ਉਸ ਦਰਖਤ ਦੇ ਤੁਸੀਂ ਵੀ ਪੱਤੇ, ਟਾਹਣੀਆਂ ਸਾਰੇ ਆਪਾਂ ਹਾਂ, ਉਹਦੇ ਵਿੱਚ ਆਪਾਂ ਇਨਸਾਨ, ਜੋ ਜਿੰਨੀ ਸ੍ਰਿਸ਼ਟੀ ਸਾਰੀ ਪ੍ਰਕਿਰਤੀ ਆ ਜਾਂਦੀ ਹੈ। ਸੋ ਇਹੀ ਉਸ ਰੱਬ ਦਾ ਰੂਪ ਹੈ। ਜਦੋਂ ਆਪਾਂ ਉਹਨੂੰ ਦੇਖਾਂਗੇ ਤਾਂ ਫਿਰ ਆਪਾਂ ਨੂੰ ਕੀ ਹੋਊਗਾ ਕਿ ਆਪਾਂ ਉਹਨੂੰ ਬਿਹਤਰ ਬਣਾਉਣ ਵੱਲ ਅਗਲੇ ਕਦਮ ਰੱਖਾਂਗੇ। ਪਰ ਜੋ ਪਰਿਭਾਸ਼ਾ ਇੱਕ ਰੱਬ ਕਰਕੇ ਦਿੱਤੀ ਗਈ, ਜਿਸ ਨੇ ਕਿ ਹੁਣ ਤੱਕ ਸਭ ਤੋਂ ਵੱਧ ਭੰਬਲ ਭੂਸਾ ਪਾਇਆ, ਜਦੋਂ ਇੱਕ ਰੱਬ ਦੀ ਗੱਲ ਆਉਂਦੀ ਹੈ ਤਾਂ ਫਿਰ ਉਸ ਦੇ ਨਾਲ ਉਹਦੇ ਮੈਨੇਜਰ ਵੀ ਆਉਣੇ ਸ਼ੁਰੂ ਹੁੰਦੇ ਨੇ, ਜਿਹਦੇ ਵਿੱਚ ਇਹ ਪੂਰਾ ਸੰਤਵਾਦ, ਬਾਬਾਵਾਦ, ਜੋ ਸਾਰਾ ਕੁਝ ਆਪਣੇ ਵਿੱਚ, ਪੁਜਾਰੀਵਾਦ, ਜੋ ਜਿੰਨਾ ਵੀ ਉਹ ਆਪਣੇ ਵਿੱਚ ਆਇਆ, ਉਹ ਸਾਰੇ ਦਾ ਮੁੱਖ ਕਾਰਨ ਇਹੀ ਸੀ ਕਿ ਸਿੱਖਾਂ ਨੇ ਕਿਤੇ ਬਾਹਰ ਬੈਠਾ ਇੱਕ ਰੱਬ ਜੋ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਉਸ ਰੱਬ ਨੂੰ ਜਿਹੜੇ ਮਨਾਉਣ ਦੇ ਲਈ ਉਹਦੇ ਨੇੜੇ ਬੰਦੇ ਰਹਿੰਦੇ ਸੀ, ਉਹ ਪੁਜਾਰੀ ਇਹ ਸੋਚ ਦੇ ਉੱਤੇ ਕਾਬਜ ਹੋ ਗਏ। ਗੁਰੂ ਨਾਨਕ ਪਾਤਸ਼ਾਹ ਦੀ ਮੱਤ ਤਾਂ ਬਹੁਤ ਪਿੱਛੇ ਰਹਿ ਗਈ, ਪਰ ਉਹ ਇਹ ਤੇ ਕਾਬਜ ਹੋ ਕੇ ਉਹਨਾਂ ਨੇ ਆਪਣੀਆਂ ਜੋ ਮਰਿਆਦਾਵਾਂ ਵੱਖਰੀਆਂ। ਇਸ ਦਾ ਮਤਲਬ ਇਹ ਆ ਵੀ ਜਿਸ ਤਰ੍ਹਾਂ ਪਹਿਲਾਂ ਸਾਰੇ ਆਪਣੇ ਜਿੱਦਾਂ ਵਿਆਖਿਆਕਾਰ ਟੀਕੇ ਹੋਏ ਆ ਵੀ ਉਹ ਕਹਿੰਦੇ ਇੱਕ ਓਂਕਾਰ ਵੀ ਰੱਬ ਇੱਕ ਹੈ। ਹਾਂਜੀ, ਪਰ ਜਿਹੜੀ ਹੁਣ ਨਵੀਂ ਵਿਚਾਰ ਇੱਕ 2 ਸਾਲਾਂ ਤੋਂ ਚਾਲੂ ਹੋਈ ਆ, ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਜਿਹੜਾ ਕੀਤਾ ਵੀ ਰੱਬ ਇੱਕ ਨਹੀਂ, ਅਸੀਂ ਰੱਬ ਦਾ ਹਿੱਸਾ ਹਾਂ। ਬਿਲਕੁਲ, ਕਹੋ ਕਬੀਰ ਹਮ ਰਾਮ ਕੀ ਅੰਸ਼ ਵਾਲੀ ਗੱਲ ਜਿਹੜੀ ਆ ਕਿ ਮੈਂ ਉਹਦਾ ਇੱਕ ਪਾਰਟ ਵਾਂ, ਮੈਂ ਉਹਦਾ ਇੱਕ ਹਿੱਸਾ ਵਾਂ। ਉਸ ਵਿਚਾਰ ਨੇ ਇੱਕ ਨਵੀਂ ਚਰਚਾ ਛੇੜਤੀ ਸਾਰਿਆਂ ਦੇ ਵਿੱਚ ਕਿ ਜਦੋਂ ਅਸੀਂ ਇੱਕ ਪ੍ਰਮਾਤਮਾ ਨੂੰ, ਇੱਕ ਰੱਬ ਨੂੰ ਕਵਾਂਗੇ ਕਿ ਉਹ ਕਿਤੇ ਬੈਠਾ ਹੈ, ਜਿਸ ਤਰ੍ਹਾਂ ਆਪਾਂ ਕਹਿੰਦੇ ਕਬੀਰ ਮੁੱਲਾ ਮਨਾਰੇ ਕਿਆ ਚੜੇ, ਕਿਤੇ ਸਾਈਂ ਨਾ ਬੈਰਾ ਹੋਏ, ਕਹਿੰਦੇ ਰੱਬ ਕਿਤੇ ਬੋਲਾ ਥੋੜੀ ਆ, ਕਹਿੰਦੇ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ, ਉਹ ਤਾਂ ਤੇਰੇ ਅੰਦਰ ਵੱਸਦਾ ਵਾ, ਉਹ ਕਿਤੇ ਬਾਹਰ ਥੋੜੀ ਆ। ਇਸ ਕਰਕੇ ਇਹ ਚੀਜ਼ਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ, ਜਦੋਂ ਜੇ ਆਪਾਂ ਕਹਿੰਦੇ ਵੀ ਮੁਸਲਮਾਨ ਵੀ ਇੱਕ ਰੱਬ ਨੂੰ ਮੰਨਦੇ ਆ, ਕ੍ਰਿਸਚਨ ਵੀ ਇੱਕ ਰੱਬ ਨੂੰ ਮੰਨਦੇ ਆ, ਹਨਾ, ਗੋਡ ਇਜ਼ ਵਨ ਕਹਿੰਦੇ, ਉਹ ਵੀ ਅੱਲਾ ਇੱਕ
ਤੇ ਫਿਰ ਸਾਡੇ 'ਚ ਕੀ ਫਰਕ ਹੋਇਆ? ਸਾਡੇ 'ਚ ਫਰਕ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਇਹਦਾ ਮਤਲਬ ਪਾਇਆ। ਉਹ ਕਹਿੰਦੇ ਨਹੀਂ, ਬੰਦੇ ਖੋਜ ਦਿਲ ਹਰ ਰੋਜ਼, ਹਾਂਜੀ, ਫਿਰ ਨਾ ਫਿਰ ਪਰੇਸ਼ਾਨੀ ਮਾਹੇ, ਤੇ ਸਭ ਮੈਂ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ, ਵੀ ਤੇਰੇ ਅੰਦਰ ਹੀ ਆ ਸਭ ਕੁਝ। ਹਾਂਜੀ, ਬਿਲਕੁਲ। ਇਹ ਜਿਹੜੀਆਂ ਗੁਰਬਾਣੀ ਦੀਆਂ ਆਪਾਂ ਵੱਖਰੀਆਂ ਉਦਾਹਰਨਾਂ ਦੇ ਕੇ ਹੁਣ ਅੱਜ ਗੱਲ ਕਰ ਰਹੇ ਹਾਂ ਜੀ, ਸਾਰਿਆਂ ਦੀ ਆਪੋ ਆਪਣੀ ਮੱਤ ਹੈ, ਸਾਰਿਆਂ ਦੀ ਆਪੋ ਆਪਣੀ ਸੋਚ ਹੈ। ਆਪਾਂ ਨੂੰ ਇਹ ਸੋਚ ਸਮਝ ਲੱਗੀ ਹੈ ਕਿ ਹਾਂ, ਆਪਾਂ ਹੀ ਉਸ ਰੱਬ ਦੀ ਇੱਕ ਅੰਸ਼ ਹਾਂ, ਆਪਾਂ ਉਹਦਾ ਇੱਕ ਰੂਪ ਹਾਂ, ਆਪਾਂ ਉਹਦੇ ਹੀ ਇੱਕ ਬੀਜ ਦੇ ਪੱਤੇ ਟਾਹਣੀਆਂ ਹਾਂ। ਬਿਲਕੁਲ, ਸਾਨੂੰ ਇਹ ਸੋਚ ਚੰਗੀ ਲੱਗੀ ਹੈ। ਸੋ ਸਾਨੂੰ ਇਹ ਸੋਚ ਸਮਝ ਵੀ ਆਉਂਦੀ ਹੈ, ਸਾਨੂੰ ਇਹਦੇ ਨਾਲ ਚੰਗਾ ਲੱਗਦਾ ਵੀ ਅਸੀਂ ਇਹਨੂੰ ਫੋਲੋ ਕਰਨਾ ਹੈ। ਉਹਦੇ ਨਾਲ ਅਸੀਂ ਕੀ ਕਰਾਂਗੇ, ਸਾਡੇ ਅਗਲੇ ਸਟੈਪ ਕੀ ਹੋਣਗੇ, ਅਸੀਂ ਇਸ ਕੁਦਰਤ ਦੀ ਸਾਂਭ ਸੰਭਾਲ ਦੇ ਵਿੱਚ ਆਪਣਾ ਹਿੱਸਾ ਪਾਵਾਂਗੇ, ਕਿਉਂਕਿ ਅਸੀਂ ਵੀ ਇਸਦਾ ਹੀ ਰੂਪ ਹਾਂ। ਪਰ ਜੋ ਅੱਜ ਆਪਣੇ ਪੂਰੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ, ਅੱਜ ਪੂਰਾ ਸਟਰਕਚਰ ਜੋ ਦਿੱਤਾ ਗਿਆ ਹੈ ਆਪਣੇ ਸਿੱਖੀ ਦਾ, ਉਹ ਇਸ ਤੋਂ ਕੋਹਾਂ ਦੂਰ ਹੈ। ਉਹ ਜ਼ਿੰਮੇਵਾਰੀਆਂ ਤੋਂ ਭਗੌੜਾ ਹੋਣ ਵਾਲਾ ਸਟਰਕਚਰ ਹੈ। ਅੱਜ ਜਦੋਂ ਆਪਾਂ ਆਪਣੇ ਆਪ ਨੂੰ ਉਸ ਰੱਬ ਦੀ ਅੰਸ਼ ਮੰਨਦੇ ਹਾਂ, ਤਾਂ ਉਹ ਆਪਣੇ ਤੇ ਇੱਕ ਜ਼ਿੰਮੇਵਾਰੀਆਂ ਦਾ ਭਾਰ ਪੈਂਦਾ। ਸੋ ਉਹ ਜ਼ਿੰਮੇਵਾਰੀਆਂ ਆਪਾਂ ਨਿਭਾਉਣੀਆਂ ਹੁੰਦੀਆਂ ਨੇ। ਸੋ ਉਹ ਜ਼ਿੰਮੇਵਾਰੀਆਂ ਨੂੰ ਆਪਾਂ ਅੱਗੇ ਲੈ ਕੇ ਚੱਲਣਾ ਹੁੰਦਾ ਨੇ, ਜਿਹਦੇ ਵਿੱਚ ਇੱਕ ਸਿਰਫ ਪਰਿਵਾਰਕ ਜ਼ਿੰਮੇਵਾਰੀਆਂ ਹੀ ਨਹੀਂ, ਇਹਦੇ ਵਿੱਚ ਪੂਰੇ ਸੰਸਾਰ ਦੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ, ਜਿਹਦੇ ਵਿੱਚ ਇੱਕ ਪ੍ਰਕਿਰਤੀ ਦੀ ਸਾਂਭ ਸੰਭਾਲ ਵੀ ਆ ਜਾਂਦੀ ਹੈ। ਅੱਜ ਸਾਰੀ ਦੁਨੀਆ ਇਸ ਚੀਜ਼ ਤੋਂ ਬੇਚੈਨ ਹੈ ਕਿ ਗਲੋਬਲ ਵਾਰਮਿੰਗ ਹੋ ਰਹੀ ਹੈ ਜਾਂ ਇਨਸਾਨ ਵੱਲੋਂ ਬਹੁਤ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਵਿਗਿਆਨ ਜਿਹੜਾ ਹੈ ਉਹ ਸਾਰਾ ਇਸ ਚੀਜ਼ ਨੂੰ ਲੈ ਕੇ ਚਿੰਤਿਤ ਹੈ। ਹਰ ਵਰਗ ਇਸ ਚੀਜ਼ ਨੂੰ ਲੈ ਕੇ ਚਿੰਤਿਤ ਹੈ। ਪਰ ਅੱਜ ਸਾਡੇ ਸਿੱਖਾਂ ਦੇ ਵਿੱਚ ਜੋ ਗੁਰੂ ਨਾਨਕ ਪਾਤਸ਼ਾਹ ਨੇ ਸੋਚ ਦਿੱਤੀ ਸੀ, ਉਹਨਾਂ ਦਾ ਦਿਮਾਗ ਇੰਨਾ ਡਿਵੈਲਪ ਹੋਣਾ ਚਾਹੀਦਾ ਸੀ ਕਿ ਉਹ ਅੱਜ ਆਹ ਗੱਲਾਂ ਇਸ ਆ ਕੇ ਸਮੇਂ 'ਚ ਨਾ ਕਰਦੇ। 21ਵੀਂ ਸਦੀ ਵਿੱਚ ਇਹ ਗੱਲਾਂ ਨਹੀਂ ਕਰਨੀਆਂ ਪੈਂਦੀਆਂ, ਜਦ ਕਿ ਸਾਨੂੰ 300 350 ਸਾਲ ਹੋ ਜਾਣਾ ਚਾਹੀਦਾ ਸੀ ਇਹਨਾਂ ਗੱਲਾਂ ਨੂੰ ਫੋਲੋ ਕਰਦਿਆਂ। ਪਰ ਉਹ ਸਮਾਂ ਜਿਹੜਾ ਸੀ ਉਹ ਸਿੱਖਾਂ ਨੇ ਕਿਤੇ ਨਾ ਕਿਤੇ ਗਵਾ ਲਿਆ। ਪਰ ਦੇਰ ਆਏ ਦਰੁਸਤ ਆਏ, ਹਜੇ ਵੀ ਆਪਾਂ ਚਾਹੁੰਦੇ ਹਾਂ ਕਿ ਇਹ ਜਿਹੜੀ ਸੋਚ ਹੈ ਇਹ ਸਿੱਖਾਂ ਦੇ ਵਿੱਚ ਭਰੀ ਜਾਵੇ, ਤੇ ਉਹ ਜਿਹੜੇ ਪੁਜਾਰੀ ਦਾ ਪਾਇਆ ਹੋਇਆ ਛੋੜਾ ਉਹ ਉਹਨਾਂ ਦੇ ਸਿਰੋਂ ਕਿਸੇ ਤਰੀਕੇ ਨਾਲ ਲਵੇ। ਤੁਸੀਂ ਆਪਣੀ ਗੱਲ ਯਾਦ ਰੱਖਿਓ। ਹਾਂਜੀ ਭਾਈ ਜਤਿੰਦਰ ਸਿੰਘ ਜੀ, ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿ ਜਿਹੜਾ ਇੱਕ ਰੱਬ ਦੀ ਗੱਲ ਕਰਕੇ ਕਿ ਉਹ ਰੱਬ ਕਿਤੇ ਬਾਹਰ ਨਹੀਂ ਆ, ਉਹ ਰੱਬ ਸਾਡੇ ਅੰਦਰ ਆ, ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੇਰਾ ਕਹਿਣਾ ਤਾਂ ਇਹੀ ਹੈ ਜੀ, ਜਿਹੜੇ ਪਹਿਲਾਂ ਜਿੱਦਾਂ ਸੰਤਾਂ ਨੇ, ਬ੍ਰਹਮ ਗਿਆਨੀਆਂ ਨੇ ਸਾਨੂੰ ਇੱਕ ਵੱਖਰੀ ਡੈਫੀਨੇਸ਼ਨ ਦੱਸੀ ਸੀਗੀ ਵੀ ਰੱਬ ਕੋਈ ਵੱਖਰਾ ਹੈਗਾ ਜੀ, ਜਿਹੜੀ ਇੱਕ ਓਂਕਾਰ ਕਾਰ ਵੱਖਰੀ ਬਣਾ ਦਿੱਤੀ, ਇੱਕ ਤੋਂ ਵੱਖਰਾ ਕਰ ਦਿੱਤਾ। ਉਹਦੇ ਨਾਲ ਵੱਖਰੀ ਹੋਣ ਦੇ ਕਰਕੇ ਉਹਨਾਂ ਨੇ ਵੱਖਰਾ ਰੱਬ ਦਿਖਾਇਆ। ਉਸ ਤੋਂ ਬਾਅਦ ਸਾਨੂੰ ਆਸ ਆਈ ਮਸ਼ੀਨਰੀਆਂ ਤੇ ਵੀ, ਮਸ਼ੀਨਰੀ ਪ੍ਰਚਾਰਕ ਬਹੁਤ ਸੋਹਣਾ ਨਵਾਂ ਪ੍ਰਚਾਰ ਕਰਨ ਲੱਗਿਆ, ਪਰ ਉਹ ਵੀ ਐਂਡ ਤੇ ਇੱਕ ਵੱਖਰਾ ਹੀ ਰੱਬ ਸਥਾਪਿਤ ਕਰਕੇ ਬੈਠੇ ਆ। ਕੋਈ ਉਹਨਾਂ ਨਾਲ ਕੋਈ ਵੱਖਰਾ ਨਹੀਂ ਕੀਤਾ, ਸਿਰਫ ਉਹਨਾਂ ਦੀਆਂ ਜਿਹੜੀਆਂ ਮਾਨਤਾਵਾਂ ਸੀਗੀਆਂ ਬਾਬਿਆਂ ਦੀਆਂ ਉਹੀ ਭੰਡ ਕੇ ਆਪਣੀ ਦੁਕਾਨਦਾਰੀ ਚਲਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਜ ਦੇ ਮੌਜੂਦਾ ਮੌਕੇ ਵਿੱਚ ਸਾਡੇ ਕੋਲ ਬਹੁਤ ਵਧੀਆ ਪ੍ਰਚਾਰਕ ਵਾ ਭਾਈ ਸਾਹਿਬ, ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ। ਉਹਨਾਂ ਨੇ ਸਾਨੂੰ ਰੱਬ ਦੀ ਉਹ ਨਵੀਂ ਡੈਫੀਨੇਸ਼ਨ ਦੱਸੀ ਹੈ ਜਿਹੜੀ ਕਿ ਸਾਰੇ ਰਮੇ ਹੋਏ ਰੱਬ। ਬਿਲਕੁਲ ਜੀ, ਬਿਲਕੁਲ, ਬਹੁਤ ਸਾਰਿਆਂ ਦੇ ਵਿੱਚ ਰਮਿਆ ਹੋਇਆ ਆ, ਹਰੇਕ ਦੇ ਵਿੱਚ। ਇਹ ਬਹੁਤ ਵਧੀਆ ਗੱਲ ਹੈ। ਦੇਖੋ, ਇਹ ਨਹੀਂ ਹੈ ਕਿ ਜਿਹੜੇ ਪਹਿਲੋਂ ਜਿਨ੍ਹਾਂ ਨੇ ਵਿਆਖਿਆ ਭਾਈ ਸਾਹਿਬ ਸਿੰਘ ਜੀ ਉਹਨਾਂ ਨੇ ਜਿਹੜਾ ਟੀਕਾ ਕੀਤਾ, ਇਹ ਨਹੀਂ ਹੈ ਕਿ ਕੋਈ ਉਹ ਮਤਲਬ ਕੋਈ, ਪਰ ਉਸ ਸਮੇਂ ਤੇ ਜਿਹੜਾ ਕੀਤਾ ਨਾ ਉਹਨਾਂ ਨੇ ਉਹ ਬਹੁਤ ਹੀ ਵਧੀਆ, ਉਸ ਸਮੇਂ ਜਦੋਂ ਉਸ ਸਮੇਂ ਦੀ ਲੋੜ ਸੀ। ਪਰ ਜਿਉਂ-ਜਿਉਂ ਦਿਮਾਗ ਬੰਦਾ ਵਿਕਸਿਤ ਹੁੰਦਾ ਵਾ ਤੇ ਤਿਉਂ-ਤਿਉਂ ਸੋਚ, ਕਿਉਂਕਿ ਸਤਿਗੁਰੂ ਮੇਰਾ ਨੀਤ ਨਵਾਂ, ਕਿਉਂਕਿ ਰੋਜ਼ ਦੇ ਰੋਜ਼ ਜਿੱਦਾਂ ਆਪਣੇ ਫੋਨ ਦੇ ਵਿੱਚ ਅਪਡੇਟ ਆਉਂਦੀਆਂ ਰੋਜ਼ ਦੇ ਰੋਜ਼, ਜੇ ਨਹੀਂ ਕਰਦੇ ਤਾਂ ਆਪਾਂ ਪਛੜ ਜਾਵਾਂਗੇ। ਕਿਉਂਕਿ ਇਸੇ ਕਰਕੇ ਗੁਰੂ ਸਾਹਿਬ ਵੀ ਆਪਾਂ ਨੂੰ ਕਹਿੰਦੇ ਕਿ ਸਤਿਗੁਰੂ ਮੇਰਾ ਨੀਤ ਨਵਾਂ ਵਾ, ਰੋਜ਼ ਨਵਾਂ ਵਾ, ਨਵੀਂ ਤੋਂ ਨਵੀਂ ਸਾਡੇ ਵਿੱਚ ਵਿਚਾਰ ਆਉਂਦੀ ਆ। ਇਸ ਕਰਕੇ ਜਿਹੜੀ ਜਿੱਦਾਂ ਹੁਣ ਅਸੀਂ ਪਹਿਲੋਂ ਵਿਆਖਿਆ ਸੁਣਦੇ ਹੁੰਦੇ ਸੀ ਇਹਨਾਂ ਦੀ ਮਸਕੀਨ ਜੀ ਦੀ, ਕਿ ਉਹ ਕਰਦੇ ਹੁੰਦੇ ਕਿ ਕਹਿੰਦੇ ਹੁੰਦੇ ਸੀ ਕਿ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੇ 10 ਕਾਜ ਸਵਾਰੇ। ਵੀ ਜਦੋਂ ਆਦਮੀ ਮਰ ਜਾਂਦਾ ਵਾ ਤੇ ਉਹ ਕਿਸੇ ਕੰਮ ਨਹੀਂ ਆਉਂਦਾ, ਤੇ ਪਸ਼ੂ ਮਰ ਜਾਂਦਾ ਤੇ 10 ਕਾਜ ਸਵਾਰਦਾ। ਪਰ ਉਹ ਅੱਜ ਥੋੜੀ ਚੱਲੂਗੀ, 20 ਸਾਲ ਤੇ ਬਾਅਦ ਤੇ ਹਰ ਬੰਦੇ ਦੇ ਹਰ ਇੱਕ ਔਰਗਨ ਕੰਮ ਆ ਰਿਹਾ। ਤੇ ਤੁਸੀਂ ਕੀ ਕਰੋਗੇ ਵੀ ਗੁਰਬਾਣੀ ਝੂਠੀ? ਨਹੀਂ, ਸਾਡਾ ਦਿਮਾਗ ਹੀ ਉੱਥੋਂ ਤੱਕ ਸੀ। ਪਰ ਸਾਨੂੰ ਇਹ ਨਹੀਂ ਕਿ ਹੁਣ ਏਡੀ ਜਿੱਦ ਕਰਨੀ ਚਾਹੀਦੀ ਆ ਵੀ ਅਸੀਂ, ਜੇ ਹੁਣ ਭਾਈ ਸਾਹਿਬ ਉਹਨਾਂ ਨੇ ਕਿਹਾ ਵੀ ਇੱਕ ਓਂਕਾਰ ਨਹੀਂ, ਇੱਕ ਓਂਕਾਰ ਦਾ ਮੈਂ ਵੀ ਹਿੱਸਾ ਵਾਂ, ਅਸੀਂ ਉਹਦਾ ਪਾਰਟ ਵਾਂ। ਤੇ ਇਹ ਮਤਲਬ ਇਸ ਤਰ੍ਹਾਂ ਹਾਏ ਤੋਂ ਨਹੀਂ ਕਰਨੀ ਚਾਹੀਦੀ। ਆਪੋ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਵਾ। ਦੇਖੋ, ਡੈਮੋਕ੍ਰੇਸੀ ਦਾ ਇਹੀ ਇੱਕ ਰੂਲ ਹੈ, ਡੈਮੋਕ੍ਰੇਸੀ ਦਾ ਇਹੀ ਇੱਕ ਕਾਨੂੰਨ ਹੈ ਕਿ ਤੁਸੀਂ ਆਪਣੀ ਜਿਹੜੀ ਗੱਲ ਹੈ ਉਹਨੂੰ ਲੋਕਾਂ ਸਾਹਮਣੇ ਰੱਖ ਸਕਦੇ ਹੋ। ਆਪਾਂ ਅੱਜ ਆਪਣੀ ਗੱਲ ਕਰਕੇ ਲੋਕਾਂ ਸਾਹਮਣੇ ਗੱਲ ਰੱਖ ਰਹੇ ਹਾਂ, ਭਾਈ ਰਣਜੀਤ ਸਿੰਘ ਆਪਣੀ ਗੱਲ ਲੋਕਾਂ ਸਾਹਮਣੇ ਰੱਖ ਰਹੇ ਆ। ਸੋ ਜੇ
ਆਮ ਲੋਕਾਂ ਨੂੰ ਉਹ ਗੱਲ ਚੰਗੀ ਲੱਗਦੀ ਹੈ ਤਾਂ ਉਹ ਗੱਲ ਲੈ ਸਕਦੇ ਆ, ਤੇ ਜਿਹਨੂੰ ਨਹੀਂ ਚੰਗੀ ਲੱਗਦੀ ਉਹ ਛੱਡ ਸਕਦਾ ਹੈ। ਉਹਦੇ ਵਿੱਚ ਕੋਈ ਗੱਲ ਨਹੀਂ। ਜਿਸ ਵੇਲੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਆਪਣਾ ਟੀਕਾ ਲਿਖਿਆ ਸੀ, ਸਾਰੇ ਜਾਣਦੇ ਨੇ ਕਿ ਉਹਨਾਂ ਦਾ ਉਸ ਵੇਲੇ ਕਿੰਨਾ ਵਿਰੋਧ ਹੋਇਆ। ਸਾਰੇ ਸੰਪਰਦਾਇਆਂ ਵੱਲੋਂ ਉਹਦਾ ਵਿਰੋਧ ਕੀਤਾ ਗਿਆ। ਇੱਕ ਨਾਸਤਿਕ ਦੀ ਉਪਾਧੀ ਪ੍ਰੋਫੈਸਰ ਸਾਹਿਬ ਸਿੰਘ ਨੂੰ ਉਸ ਸਮੇਂ ਦਿੱਤੀ ਗਈ। ਪਰ ਅੱਜ ਵੇਖ ਲਓ, ਭਾਈ ਰਣਜੀਤ ਸਿੰਘ ਹੋਣਾ ਨੇ ਜਦੋਂ ਨਵੀਂ ਪਰਿਭਾਸ਼ਾ ਸ਼ੁਰੂ ਕੀਤੀ ਹੈ ਤਾਂ ਅੱਜ ਉਹ ਸਾਰੀਆਂ ਸੰਪਰਦਾਵਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਤੇ ਆ ਕੇ ਖੜ ਗਈਆਂ ਨੇ, ਕਿਉਂਕਿ ਉਸ ਟੀਕੇ ਨੂੰ ਅੱਜ ਉਹਨਾਂ ਨੇ ਮਾਨਤਾ ਬਖਸ਼ ਦਿੱਤੀ ਹੈ, ਕਿਉਂਕਿ ਕਿਸੇ ਨੇ ਕੋਈ ਅਗਲੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਗੱਲ ਤਾਂ ਸਿਰਫ ਉੱਥੇ ਹੀ ਆਉਂਦੀ ਹੈ ਨਾ ਕਿ ਜਦੋਂ ਕੋਈ ਪਰਿਭਾਸ਼ਾ ਕੋਈ ਦਿੰਦਾ ਹੈ, ਜਦੋਂ ਤੁਸੀਂ ਉਹਦਾ ਵਿਰੋਧ ਕਰਦੇ ਹੋ, ਉਹ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਜੋ ਗੱਲ ਕਹਿ ਰਿਹਾ ਕਿ ਉਹ ਲੌਜੀਕਲੀ ਠੀਕ ਹੈ ਜਾਂ ਗਲਤ ਹੈ। ਸੋ ਸਾਰੀ ਗੱਲ ਜਿਹੜੀ ਆਉਣੀ ਆ ਉਹਦੀ ਕਸਵੱਟੀ ਇਹੀ ਲੱਗਣੀ ਹੈ ਕਿ ਕਾਮਨ ਸੈਂਸ ਤੇ ਲੌਜਿਕ ਤੇ ਠੀਕ ਉਤਰਦੀ ਹੈ ਗੱਲ ਜਾਂ ਨਹੀਂ ਉਤਰਦੀ। ਕਿਉਂਕਿ ਇਹ ਚੀਜ਼ਾਂ ਜਿਹੜੀ ਨਾ ਦਲਜੀਤ ਸਿੰਘ, ਸਾਨੂੰ ਗੁਰਬਾਣੀ ਤੋਂ ਸੇਧ ਮਿਲਦੀ ਹੈ ਕਿ ਜਦੋਂ ਅਸੀਂ ਭਗਤ ਕਬੀਰ ਸਾਹਿਬ ਕਿੰਨੇ ਗਰੀਬ ਘਰ ਦੇ ਔਰ ਜਲਾਏ ਜਾਂਦੇ, ਹਾਂਜੀ, ਜੀ ਜਦੋਂ ਕਿਤੇ ਉਹ ਗੱਲ ਕਰਦੇ ਹੋਣਗੇ ਤੇ ਪੁਜਾਰੀ ਨਾ ਭਟਕਦਾ ਹੋਵੇਗਾ, ਬਿਲਕੁਲ ਕਹਿੰਦਾ ਨਹੀਂ ਉਹ ਇਹ 10-2 ਕੌੜੀ ਦਾ ਜਲਾਇਆ, ਇਦਾਂ ਕਹਿੰਦੇ ਹੋਣਗੇ ਉਸ ਟਾਈਮ ਤੇ। ਤੇ ਉਦੋਂ ਜਦੋਂ ਉਹਨਾਂ ਨੇ ਵੀ ਇਹ ਗੱਲ ਕੀਤੀ ਨਾ, ਇੱਕ ਪ੍ਰਮਾਤਮਾ ਦੀ ਆਪ ਰਮੇ ਹੋਏ ਰੱਬ ਦੀ ਸਾਡੇ ਵਿੱਚ ਵਾਓ, ਜਬ ਹਮ ਏਕੋ ਏਕ ਕਰ ਜਾਣਿਆ, ਭਗਤ ਕਬੀਰ ਸਾਹਿਬ ਕਹਿੰਦੇ ਆ, ਤਬ ਲੋਗੇ ਕਾਹੇ ਦੁੱਖ ਮਾਨਿਆ। ਕਿਉਂਕਿ ਪੁਜਾਰੀ ਤੇ ਕਹਿੰਦਾ ਸੀ ਵੀ ਰੱਬ ਨੂੰ ਤੁਸੀਂ ਆਹ ਦੋਗੇ ਤੇ ਮਤਲਬ ਵੀ ਉਹ ਏਦਾਂ ਖੁਸ਼ ਹੋਊਗਾ, ਇਸ ਤਰ੍ਹਾਂ ਕਰੋ ਤੇ ਇਸ ਤਰ੍ਹਾਂ ਖੁਸ਼ ਹੋਏਗਾ। ਪਰ ਕਬੀਰ ਸਾਹਿਬ ਕਹਿੰਦੇ ਨਹੀਂ, ਉਹ ਤਾਂ ਇੱਕ ਵਾ, ਉਹਦਾ ਮੈਂ ਵੀ ਇੱਕ ਹਿੱਸਾ ਵਾਂ। ਜਦੋਂ ਮੈਂ ਕਿਹਾ ਵੀ ਇੱਕੋ ਹੀ ਆ ਤੇ ਕਿਉਂ ਲੋਕਾਂ ਨੇ ਦੁੱਖ ਮਾਨਿਆ। ਤੇ ਹੁਣ ਜਦੋਂ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਕਿਹਾ ਵੀ ਉਹ ਪ੍ਰਮਾਤਮਾ, ਰੱਬ, ਵਾਹਿਗੁਰੂ, ਅੱਲਾ ਉਹ ਸਾਡੇ ਵਿੱਚ ਵਾ, ਤੇ ਦੇਖੋ ਕਿੰਨਾ ਰਾਮ ਰੌਲਾ ਦੁੱਖ ਦੀ ਗੱਲ ਕਾਦੀ। ਉਹੀ ਮੈਨੂੰ ਤਾਂ ਕਈ ਵਾਰੀ ਉਹੀ ਯਾਦ ਆਉਂਦਾ ਵੀ ਉਹ 550 ਸਾਲ 600 ਸਾਲ ਵਾਲਾ ਪਹਿਲਾਂ ਹੀ ਸਮਾਂ ਆ ਗਿਆ। ਹਾਂਜੀ ਬਿਲਕੁਲ। ਹੁਣ 550 ਸਾਲ ਪਹਿਲਾਂ ਜੋ ਚੱਲੀਆਂ ਆਉਂਦੀਆਂ ਮਨੌਤਾਂ ਸੀ, ਜਦੋਂ ਨਾਨਕ ਪਾਤਸ਼ਾਹ ਨੇ ਉਹਨਾਂ ਮਨੌਤਾਂ ਦਾ ਵਿਰੋਧ ਕੀਤਾ, ਸਭ ਤੋਂ ਪਹਿਲੀ ਘਟਨਾ ਜਿਹੜੀ ਆਪਾਂ ਨੂੰ ਯਾਦ ਆਉਂਦੀ ਹੈ ਉਹ ਹੈ ਜਨੇਊ ਦਾ ਵਿਰੋਧ ਕਰਨਾ, ਹਨਾ ਜੀ। ਜਨੇਊ ਹਿੰਦੂ ਧਰਮ ਦਾ ਇੱਕ ਬਹੁਤ ਹੀ ਵਡਮੁੱਲਾ ਹਿੱਸਾ ਹੈ, ਬਿਲਕੁਲ ਜੀ, ਕਿਉਂਕਿ ਜਨੇਊ ਪਾਉਣ ਤੋਂ ਬਿਨਾਂ ਬ੍ਰਾਹਮਣ ਨਹੀਂ ਹੋ ਸਕਦਾ। ਉਹਦੇ ਮਗਰ ਉਹਨਾਂ ਦੇ ਵੀ 20 ਲੌਜਿਕ ਹੋਣਗੇ ਕਿ ਜਨੇਊ ਕਿਉਂ ਪਾਇਆ ਜਾਂਦਾ ਹੈ, ਪਰ ਗੁਰੂ ਸਾਹਿਬ ਨੇ ਉਸ ਚੀਜ਼ ਨੂੰ ਇੱਕਦਮ ਕੰਡੈਮ ਕਰ ਦਿੱਤਾ। ਸੋ ਉਸ ਵੇਲੇ ਉਸ ਪੁਜਾਰੀ ਦੀ ਰੀੜ੍ਹ ਦੀ ਹੱਡੀ ਤਾਂ ਟੁੱਟੀ ਹੋਵੇਗੀ ਨਾ, ਕਿਉਂਕਿ ਜਨੇਊ ਉਹਨਾਂ ਦੀ ਰੀੜ੍ਹ ਦੀ ਹੱਡੀ ਸੀ। ਪਰ ਅੱਜ ਹਾਸਾ ਕਿਸ ਗੱਲ ਦਾ ਆਉਂਦਾ ਹੈ ਕਿ ਅੱਜ ਜਦੋਂ ਆਪਾਂ ਆਮ ਲੋਕਾਂ ਨੂੰ ਭਾਈ ਰਣਜੀਤ ਸਿੰਘ ਹੋਣਾ ਦਾ ਵਿਰੋਧ ਕਰਦੇ ਹੋਏ ਦੇਖਦੇ ਹਾਂ ਤਾਂ ਆਪਾਂ ਨੂੰ ਇਸ ਗੱਲ ਦਾ ਇਸ ਚੀਜ਼ ਦਾ ਦੁੱਖ ਆਉਂਦਾ ਹੈ ਕਿ ਜਿਹੜਾ ਪੰਥ ਗੁਰੂ ਸਾਹਿਬ ਨੇ ਚਲਾਇਆ ਹੀ ਬਾਕੀ ਧਰਮਾਂ ਦੀਆਂ ਜਿਹੜੀਆਂ ਚੱਲ ਰਹੀਆਂ ਰੋਹ ਰੀਤਾਂ ਰੀਤੀ ਰਿਵਾਜਾਂ ਨੂੰ ਭੰਡ ਕੇ ਉਹਨਾਂ ਦੇ ਉੱਤੇ ਤਰਕ ਕਰਕੇ ਹਨਾ ਤੁਹਾਨੂੰ ਇੱਕ ਤਰਕਵਾਦੀ ਸੋਚ ਦੇ ਕੇ ਜਿਹੜਾ ਪੰਥ ਇੱਕ ਚਲਾਇਆ ਸੀ, ਅੱਜ ਉਹ ਸਿੱਖ ਜਿਹੜੇ ਆ ਉਹ ਜਦੋਂ ਕੋਈ ਉਸ ਪੰਥ ਤੇ ਚੱਲਣ ਦੀ ਟਰਾਈ ਕਰਦਾ ਹੈ ਤਾਂ ਅੱਜ ਉਹਨੂੰ ਮਾਰਨ ਦੀਆਂ, ਉਹਨੂੰ ਗਾਲਾਂ ਜਾਂ ਉਹਨੂੰ ਹੋਰ ਸਾਰਾ ਕੁਝ ਅੱਜ ਕੱਢਿਆ ਜਾਂਦਾ ਹੈ। ਤਾਂ ਤੁਸੀਂ ਖੜ ਕਿੱਥੇ ਗਏ ਹੋ? ਕਿਤੇ ਨਾ ਕਿਤੇ ਇਦਾਂ ਨਹੀਂ ਲੱਗ ਰਿਹਾ ਕਿ ਆਪਾਂ 600 ਸਾਲ ਵੀ ਪਿਛੜ ਗਏ ਆ ਇਸ ਵੇਲੇ? ਅੱਗੇ ਨੂੰ ਤਾਂ ਕੀ ਜਾਣਾ ਸੀ, ਬੈਕ ਗੇਅਰ ਪਾ ਲਿਆ। ਸੋ ਜੇ ਆਪਾਂ ਦੇਖੀਏ ਤਾਂ ਅੱਜ ਦੇ ਸਿੱਖ ਜਿਹੜੇ ਆ ਉਹ ਪਿਛੜੇ ਹੋਏ ਨਜ਼ਰ ਆਉਂਦੇ ਆ। ਪਰ ਇਹ ਜਿਹੜਾ ਉਪਰਾਲਾ ਆ ਇਸੇ ਤਰੀਕੇ ਨਾਲ ਆਪਾਂ ਜੇ ਜਾਰੀ ਰੱਖੀਏ ਤਾਂ ਹੋ ਸਕਦਾ ਹੈ ਜਿਵੇਂ ਸਾਨੂੰ ਸਮਝ ਆਈ ਹੈ, ਆਪਾਂ ਵੀ ਕਿਸੇ ਨਾ ਕਿਸੇ ਟਾਈਮ ਉਸੇ ਸ਼ਾਇਦ ਮਨੌਤਾਂ ਦੇ ਖੜੇ ਹੋਵਾਂਗੇ। ਪਰ ਅੱਜ ਜੇ ਸਾਨੂੰ ਸਮਝ ਆਈ ਹੈ ਤਾਂ ਕੀ ਪਤਾ ਸਾਡੇ ਵਰਗੇ ਹੋਰ ਹਜ਼ਾਰਾਂ ਨੂੰ ਸਮਝ ਆਵੇਗੀ। ਸਮਝ ਆ ਵੀ ਰਹੀ ਹੈ, ਪਰ ਇਹ ਤੇ ਗੱਲ ਕਰਨਾ ਜ਼ਰੂਰੀ ਹੈ, ਕਿਉਂਕਿ ਸਾਡਾ ਡੈਮੋਕ੍ਰੈਟਿਕ ਹੱਕ ਹੈ ਗੱਲ ਕਰਨਾ। ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ, ਅਸੀਂ ਕਿਸੇ ਨੂੰ ਜਾ ਕੇ ਗਾਲਾਂ ਨਹੀਂ ਕੱਢਦੇ, ਅਸੀਂ ਕਿਸੇ ਨੂੰ ਜਾ ਕੇ ਕੁੱਟਮਾਰ ਨਹੀਂ ਕਰਦੇ, ਅਸੀਂ ਇੱਕ ਬਹਿ ਕੇ ਆਪਣੀ ਗੱਲ ਕਰਦੇ ਹਾਂ ਤੇ ਸਾਨੂੰ ਇਹ ਹੱਕ ਹੋਣਾ ਚਾਹੀਦਾ। ਇਹ ਤਾਂ ਹੈ ਹੀ, ਇਹ ਤਾਂ ਡੈਮੋਕ੍ਰੈਟਿਕ ਮੁਲਕ ਨੇ। ਪਰ ਜਦੋਂ ਇੱਥੇ ਵੀ ਹੁਣ ਆਪਾਂ ਇੰਗਲੈਂਡ 'ਚ ਬੈਠੇ ਹਾਂ, ਆਪਾਂ ਨੂੰ ਪਤਾ ਹੈ ਪਿੱਛੇ ਜੋ ਇੰਗਲੈਂਡ ਵਿੱਚ ਹੋਇਆ, ਜਦੋਂ ਗੁਰਦੁਆਰਾ ਦੇ ਵਿੱਚ ਆ ਕੇ ਜੋ ਗੁੰਡਾਗਰਦੀ ਕੀਤੀ ਗਈ, ਜਿਸ ਤਰੀਕੇ ਨਾਲ ਆਪਣਾ ਗੁਰਦੁਆਰਾ ਖਾਲਸਾ ਦਰਬਾਰ ਸੀਗਾ ਉਸ ਨੂੰ ਬੰਦ ਕਰਨਾ ਪਿਆ, ਹਨਾ ਜੀ। ਜਦੋਂ ਉਹ ਸਿੱਖਾਂ ਦਾ ਐਕਟ ਦੇਖਦੇ ਆ, ਜਦ ਕਿ ਹੈ ਉਹ ਵੀ ਸਿੱਖ ਹੀ, ਆਪਣਾ ਪਹਿਰਾਵਾ ਸੇਮ ਆਪਣੇ ਵਾਲਾ ਹੈ, ਪਰ ਉਹ ਜਿਹੜਾ ਦਿਮਾਗ ਹੈ ਉਹ ਜਦੋਂ ਬਚਪਨ ਦੇ ਵਿੱਚੋਂ ਜਿਹੜੀਆਂ ਉਹ ਮਨੌਤਾਂ ਦੇ ਵਿੱਚੋਂ ਲੰਘਿਆ, ਉਹਦੇ ਉੱਤੇ ਉਹ ਮਨੌਤਾਂ ਇਸ ਤਰੀਕੇ ਨਾਲ ਹਾਵੀ ਹੋ ਗਈਆਂ ਕਿ ਉਹਨੂੰ ਝੂਠ ਵੀ ਸੱਚ ਲੱਗਣ ਲੱਗ ਪਿਆ। ਮਨੌਤਾਂ ਤੋੜਨੀਆਂ ਬਹੁਤ ਔਖੀਆਂ। ਹਾਂਜੀ, ਇੱਕ ਆਪਣਾ ਵਿਰੋਧ ਕਰਨਾ, ਆਪਣਿਆਂ ਦਾ ਵਿਰੋਧ ਕਰਨਾ ਤੇ ਜਿਹੜੀਆਂ ਇਹ ਮਨੌਤਾਂ ਇਹਨਾਂ ਦਾ ਵਿਰੋਧ ਕਰਨਾ ਸੌਖੀ ਗੱਲ ਨਹੀਂ ਹੁੰਦੀ। ਇਹਦੇ ਲਈ ਬਹੁਤ ਜਿਗਰਾ ਚਾਹੀਦਾ। ਇਨਸਾਨ ਨੂੰ ਡੇਲੀ ਅਪਡੇਟ ਹੋਣ ਵਾਲਾ ਦਿਮਾਗ ਜਿਹੜਾ ਉਹ ਜ਼ਰੂਰੀ ਚਾਹੀਦਾ। ਜੇ ਉਹ ਹੋਊਗਾ ਤਾਂ ਫਿਰ ਆਪਾਂ ਈਜ਼ੀਲੀ ਇਹਨੂੰ ਮਨੌਤਾਂ ਨੂੰ ਤੋੜ ਦੇਵਾਂਗੇ, ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ ਹੀ ਇਹ ਸੀ ਕਿ ਇਹਨਾਂ ਮਨੌਤਾਂ ਨੂੰ ਕਿਸੇ ਤਰੀਕੇ ਨਾਲ ਤੋੜਨਾ। ਹਰੇਕ ਚੀਜ਼ ਤੇ ਉਹਨਾਂ ਨੇ ਤਰਕ ਕੀਤਾ। ਬ੍ਰਾਹਮਣ ਦੀਆਂ ਮਨੌਤਾਂ ਤੇ ਤਰਕ ਕੀਤਾ, ਮੁਸਲਮਾਨ ਦੀਆਂ ਮਨੌਤਾਂ ਤੇ ਤਰਕ ਕੀਤਾ। ਤੇ ਜੇ ਉਹ ਲੋਕ ਕਹਿਣ ਆਪਾਂ ਨੂੰ ਕਿ ਭਾਈ ਸਾਡੀਆਂ ਜਿਹੜੀਆਂ ਭਾਵਨਾਵਾਂ ਭੜਕ ਰਹੀਆਂ ਨੇ, ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸ਼ਬਦ ਲਿਖੇ ਹੋਏ ਨੇ ਉਹਨਾਂ ਨਾਲ ਉਹਨਾਂ ਦੀਆਂ ਭਾਵਨਾਵਾਂ ਭੜਕਦੀਆਂ, ਤੇ ਜਿਹੜਾ ਅੱਜ ਸਿੱਖਾਂ ਦੀਆਂ ਭਾਵਨਾਵਾਂ ਇੱਕ ਭਾਈ ਰਣਜੀਤ ਸਿੰਘ ਦੇ ਵੱਖਰੇ ਰੱਬ ਦੀ ਡੈਫੀਨੇਸ਼ਨ ਦੇਣ ਨਾਲ ਭੜਕਦੀਆਂ ਨੇ, ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ ਕਿੱਥੇ ਖੜੇ ਨੇ। ਕਿਉਂਕਿ ਜਿਹੜੀ ਗੱਲ ਅੱਜ ਆਪਾਂ ਕਰ ਰਹੇ ਹਾਂ
ਉਹਦੇ ਨਾਲ ਉਹ ਸੋਚਦੇ ਆ ਕਿ ਨਹੀਂ ਇਹਦੇ ਨਾਲ ਪਤਾ ਨਹੀਂ ਕੀ ਹੋ ਜਾਵੇਗਾ। ਹੋ ਤਾਂ ਸਿਰਫ ਇੱਕ ਪੁਜਾਰੀ ਦੀ ਦੁਕਾਨ ਹੀ ਬੰਦ ਹੋ ਰਹੀ ਹੈ, ਉਹਦੇ ਨਾਲ ਹੋਰ ਤਾਂ ਕੁਝ ਨਹੀਂ ਹੋ ਰਿਹਾ। ਆਮ ਲੋਕਾਂ ਦੇ ਦਿਮਾਗ ਖੁੱਲ ਰਹੇ ਨੇ, ਆਮ ਲੋਕ ਜ਼ਿੰਮੇਵਾਰ ਬਣ ਰਹੇ ਨੇ, ਹਨਾ। ਇਸ ਵੇਲੇ ਜ਼ਿੰਮੇਵਾਰੀ ਦਾ ਅਹਿਸਾਸ ਹੀ ਤਾਂ ਸਾਰਿਆਂ ਨੂੰ ਕਰਾਇਆ ਜਾ ਰਿਹਾ। ਅੱਜ ਜਿਸ ਤਰ੍ਹਾਂ ਆਪਾਂ ਇੱਕ ਰੱਬ ਦੀ ਗੱਲ ਕਰ ਰਹੇ ਹਾਂ, ਕਿ ਰੱਬ ਤੇ ਆਪਾਂ ਗੱਲ ਕਰਾਂਗੇ ਕਿਉਂਕਿ ਆਪਾਂ ਅੱਧਾ ਘੰਟਾ ਗੱਲ ਕਰਾਂਗੇ, ਹਨਾ ਜੀ। ਉਸ ਤੋਂ ਬਾਅਦ ਆਪਾਂ ਹਰ ਇੱਕ ਵਿਸ਼ਾ ਜਿਹੜਾ ਛੋਟਾ ਲੈ ਕੇ 20-25 ਮਿੰਟ ਦੀ ਗੱਲ ਕਰਿਆ ਕਰਾਂਗੇ, ਇਸ ਤਰ੍ਹਾਂ ਕਿ ਕੁਦਰਤ ਕੀ ਆ, ਰੱਬ ਕੀ ਆ, ਸਤਿਗੁਰੂ ਕੀ ਆ, ਗੁਰੂ ਕੌਣ ਆ, ਹਨਾ। ਫਿਰ ਜਿਹੜੀਆਂ ਜਿੱਦਾਂ ਤਰਕ ਕੀਤੇ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਗੁਰਬਾਣੀ ਦੇ ਵਿੱਚ 35 ਮਹਾਂਪੁਰਖਾਂ ਨੇ, ਜਿਹੜੀਆਂ ਅਸੀਂ ਪਤਾ ਕੀ ਸਾਡੇ 'ਚ ਇੱਕ ਬੜੀ ਆ ਵੀ ਗੁਰੂ ਸਾਹਿਬ ਨੇ ਜੋ ਬਾਣੀ ਲਿਖੀ ਆ ਨਾ, ਉਹ ਸਾਡੀ ਸੋਚ ਤੋਂ ਬਾਹਰ ਵਾ। ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਇਸ ਦੁਨੀਆ ਦੇ ਵਿੱਚ ਰਹਿੰਦੇ, ਉਹਨਾਂ ਨੇ ਉਹੀ ਗੱਲ ਕੀਤੀ ਜਿਹੜੀ ਇੱਥੇ ਚੱਲਦੀ ਸੀ ਆਮ। ਜੇ ਗੁਰੂ ਨਾਨਕ ਸਾਹਿਬ ਜੀ ਦੂਸਰੀ ਕੋਈ ਹੋਰ ਗੱਲ ਕਰਦੇ ਤੇ ਫਿਰ ਤਾਂ ਕੋਈ ਮਤਲਬ ਨਹੀਂ ਸੀ ਬਣਦਾ ਉਹਦਾ। ਤੇ ਜੇ ਹੁਣ ਮੰਨ ਲਓ ਵੀ ਜੇ ਇੰਗਲੈਂਡ ਦਾ ਜੰਪਲ ਜਾ ਕੇ ਇੰਗਲਿਸ਼ ਦੇ ਵਿੱਚ ਜਿਹੜਾ ਉਹ ਜਾ ਕੇ ਇੰਡੀਆ ਬੋਲੇ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ, ਤੇ ਉਹਨੂੰ ਕੀ ਸਮਝ ਲੱਗੂਗੀ? ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀਆਂ ਚੱਲਦੀਆਂ ਗੱਲਾਂ ਸੀ ਉਹਨਾਂ ਦੇ ਵਿੱਚ ਹੀ ਗੱਲ ਕੀਤੀ ਆ, ਉਹਨਾਂ ਦੇ ਵਿੱਚ ਹੀ ਤਰਕ ਕੀਤਾ ਵਾ। ਉਹੀ ਭਾਸ਼ਾ ਵਰਤੀ, ਉਹੀ ਭਾਸ਼ਾ ਵਰਤੀ, ਉਹੀ ਉਦਾਹਰਨਾਂ ਦਿੱਤੀਆਂ ਨੇ, ਉਹੀ ਉਦਾਹਰਨਾਂ ਉਸ ਟਾਈਮ ਤੇ ਚੱਲੀਆਂ ਸੀਗੀਆਂ, ਉਹਨਾਂ ਉਦਾਹਰਨਾਂ ਤੇ ਹੀ ਸਾਰੀ ਗੱਲ ਹੋਈ। ਬਿਲਕੁਲ ਜੀ, ਬਿਲਕੁਲ। ਤੇ ਜੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜੇ ਹੁਣ ਕੋਈ ਚਾਈਨੀਜ਼ ਵਾਲੀ ਆਪਣੇ ਮੂਹਰੇ ਕਿਤਾਬ ਰੱਖ ਦੇਵੇ, ਬਿਲਕੁਲ, ਤਾਂ ਉਹ ਕਵੇ ਵੀ ਇਹਨੂੰ ਪੜ੍ਹ ਕੇ ਦਿਖਾ, ਤੇ ਆਪਾਂ ਨੂੰ ਆਵੇ ਨਾ ਪੜ੍ਹਨਾ, ਤਾਂ ਫਿਰ ਉਹਦਾ ਫਾਇਦਾ ਕੀ ਹੋਇਆ? ਉਹਦਾ ਜਦੋਂ ਸੰਪਰਦਾਈ ਇਹ ਕਹਿੰਦੇ ਆ ਕਿ ਗੁਰਬਾਣੀ ਅਗਾਧ ਬੋਧ ਹੈ, ਵੱਡੇ ਵੱਡੇ ਅੱਖਰ ਤਾਂ ਦਿੰਦੇ ਆ ਇਹ, ਕਿਉਂਕਿ ਇਹਨਾਂ ਨੇ ਇੱਕ ਸ਼ਬਦੀ ਜਾਲ ਪਾਉਣਾ ਜਿਹੜਾ ਨਾ, ਉਹ ਇਹਨਾਂ ਦੇ ਕੋਲ ਵੱਡਾ ਹਥਿਆਰ ਹੈ, ਕਿਉਂਕਿ ਇਹਨਾਂ ਨੇ ਵੱਡੇ ਵੱਡੇ ਸ਼ਬਦ ਬਣਾਏ ਹੋਏ ਆ ਜਿਹੜੇ ਇਹਨਾਂ ਦੇ ਹੱਕ 'ਚ ਭੁਗਤਦੇ ਆ। ਪਰ ਜਦੋਂ ਤੁਸੀਂ ਦੇਖਦੇ ਆ ਕਿ ਬਹੁਤ ਸਿੰਪਲ ਸ਼ਬਦ ਆ ਜਿਹੜਾ ਇਹ ਸਿੰਪਲ ਮੀਨਿੰਗ ਤੁਹਾਨੂੰ ਸਮਝ ਆ ਜਾਂਦਾ, ਪਰ ਜਦੋਂ ਉਹਦੀ ਵੀ ਗੱਲ ਕਰੋ ਨਾ ਉਸ ਸਿੰਪਲ ਭਾਸ਼ਾ ਦੇ ਵਿੱਚ, ਉਹਦਾ ਵੀ ਹਾਏ ਹੁੱਲਾ ਮਚਾ ਲਿਆ ਜਾਂਦਾ, ਕਰਕੇ ਉਹ ਚਾਹੁੰਦੇ ਨਹੀਂ ਕਿ ਇਹ ਤਰਕਵਾਦੀ ਸੋਚ ਜਿਹੜੀ ਹੈ ਆਮ ਲੋਕਾਂ 'ਚ ਜਾਵੇ, ਤਾਂ ਕਿ ਇਹ ਪੁਜਾਰੀ ਦਾ ਬਣਾਇਆ ਹੋਇਆ ਜਿਹੜਾ ਢਾਂਚਾ ਆ ਇਹ ਤੇ ਸੱਟ ਵੱਜੇ, ਇਹਦੀਆਂ ਬਣਾਈਆਂ ਹੋਈਆਂ ਜਿਹੜੀਆਂ ਮਨੌਤਾਂ ਨੇ ਇਹ ਟੁੱਟਣ। ਜਦ ਕਿ ਸਿੱਖਾਂ ਦੇ ਵਿੱਚ ਤਾਂ ਸਿਰਫ ਇੱਕੋ ਹੀ ਮਨੌਤ ਹੋਣੀ ਚਾਹੀਦੀ ਸੀ, ਉਹ ਸੀ ਸਿਆਣੇ ਹੋਣ। ਸਿਆਣੇ ਕਿਵੇਂ ਹੋਣਾ? ਕਿਉਂਕਿ ਸਿੱਖ ਦਾ ਮਤਲਬ ਹੀ ਸਿੱਖਣਾ, ਸਾਰੀ ਉਮਰ ਆਪਾਂ ਸਿੱਖਣ ਤੇ ਲਾਉਂਦੇ ਹਾਂ, ਕਿਉਂਕਿ ਆਪਾਂ ਜਦੋਂ ਦੇਖਿਆ ਜਾਵੇ ਤਾਂ ਸਿੱਖ ਤਾਂ ਬਹੁਤ ਸਿਆਣੇ। ਇਸੇ ਕਰਕੇ ਆਪਾਂ ਜਿਹੜਾ ਐਪੀਸੋਡ ਇਹਦਾ ਨਾਮ ਹੀ ਸਿੱਖ ਮੱਤ ਰੱਖਿਆ ਵਾ, ਵੀ ਆਪਾਂ ਸਿੱਖੀ ਦੀ ਮੱਤ, ਮਤਲਬ ਸਿੱਖੀ ਕਿ ਜਿੱਥੋਂ ਮੀਂਹ ਮਿਲੇ, ਜਿੱਥੋਂ ਵੀ ਗਿਆਨ ਮਿਲੇ, ਜਿੱਥੋਂ ਵੀ ਚੰਗੀ ਗੱਲ ਮਿਲੇ, ਜਿੱਥੋਂ ਵੀ ਸੇਧ ਮਿਲੇ, ਉੱਥੋਂ ਹੀ ਲਈਏ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਚੀਜ਼ਾਂ ਸਾਨੂੰ ਗੁਰਬਾਣੀ ਤੋਂ ਸੇਧ ਮਿਲਦੀ ਹੈ ਵੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤ ਕਬੀਰ ਸਾਹਿਬ, ਫਰੀਦ ਸਾਹਿਬ, ਭਗਤ ਰਵਿਦਾਸ ਸਾਹਿਬ ਜੀ ਹੋਏ ਨੇ, ਪਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਬਾਣੀ ਇਕੱਤਰ ਕਰਕੇ ਵੀ ਲੈ ਕੇ ਆਏ, ਕਿਉਂਕਿ ਉਹਨਾਂ ਦੇ ਵਿੱਚ ਚੰਗੀਆਂ ਗੱਲਾਂ ਸੀ, ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਸੀ। ਇਸੇ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਮਤਲਬ ਨੌਲੇਜ ਮਿਲਦੀ ਆ, ਕਿ ਗਿਆਨ ਮਿਲਦਾ ਵਾ, ਕਿ ਜਿੱਥੋਂ ਵੀ ਚੰਗੀ ਗੱਲ ਮਿਲੇ ਉਹਨੂੰ ਗ੍ਰਹਿਣ ਕਰ ਲੈਣਾ ਚਾਹੀਦਾ। ਹਾਂਜੀ ਭਾਈ ਜਤਿੰਦਰ ਸਿੰਘ ਜੀ, ਤੁਸੀਂ ਕੁਝ? ਨਹੀਂ, ਵਧੀਆ ਗੱਲ ਵਾ ਜੀ ਤੁਹਾਡੀ, ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ, ਇਹ ਸਿੱਖ ਮੱਤ ਜਿਹੜਾ ਐਪੀਸੋਡ ਨਵਾਂ ਸ਼ੁਰੂ ਕੀਤਾ, ਇਹ ਸਾਡੇ ਵਰਗਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਹਾਂਜੀ, ਰਲ ਮਿਲ ਕੇ ਆਪਾਂ ਸਾਰੇ ਸਿੱਖਾਂਗੇ। ਹਾਂਜੀ, ਬਿਲਕੁਲ। ਜਿਹਦੇ ਕੋਲ ਵੀ ਕੋਈ ਸਵਾਲ ਬਿਲਕੁਲ ਜੀ, ਹਾਂ, ਉਹ ਸਾਡੇ ਨਾਲ ਆ ਕੇ ਜੁੜ ਸਕਦੇ ਆ। ਜਿਹਦੇ ਕੋਲ ਕੋਈ ਨਵੇਂ ਵਿਸ਼ੇ ਹੋਣਗੇ ਉਹ ਆਪਣੇ ਨਾਲ ਜੁੜਿਆ ਕਰਨਗੇ। ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ ਹਫ਼ਤਾਵਾਰੀ ਆਪਣਾ ਇੱਕ ਐਪੀਸੋਡ ਹੋਵੇ, ਬਿਲਕੁਲ, ਤਾਂ ਉਹ ਆਮ ਸੰਗਤ ਦੇ ਵਿੱਚ ਜਾਵੇ, ਆਮ ਸੰਗਤ ਉਸ ਦੇ ਉੱਤੇ ਕੀ ਰਿਐਕਟ ਕਰਦੀ ਹੈ, ਕਿਉਂਕਿ ਜਿਹੋ ਜਿਹੇ ਆਮ ਲੋਕ ਨੇ ਉਹੋ ਜਿਹਾ ਹੀ ਆਪਾਂ ਆ, ਕਿਉਂਕਿ ਆਪਾਂ ਵਿਦਵਾਨ ਤਾਂ ਨਹੀਂ, ਕੰਮ ਆਪਾਂ ਕਰਕੇ ਇੱਥੇ ਆ ਕੇ ਬਹਿਣਾ ਆ। ਆਪਾਂ ਆਪਣੀ ਜਿਹੜੀ ਸੋਚ ਹੈ, ਜਿੱਦਾਂ ਆਪਾਂ ਨਾਰਮਲ ਗੱਲਾਂ ਕਰਦੇ ਆ, ਉਦਾਂ ਹੀ ਗੱਲਾਂ ਆਮ ਲੋਕਾਂ 'ਚ ਰੱਖਣੀਆਂ ਨੇ। ਬਿਲਕੁਲ, ਕਿਉਂਕਿ ਸਾਨੂੰ ਉਹ ਗੱਲਾਂ ਸਿੱਧੀਆਂ ਫੈਕਟ ਕਰਦੀਆਂ ਕਿ ਕੁਦਰਤ ਕਰਕੇ ਵਸਿਆ ਸੋਏ, ਕਿ ਜਿਹੜਾ ਰੱਬ ਵਾ ਕੁਦਰਤ ਦੇ ਵਿੱਚ, ਅਸੀਂ ਕੁਦਰਤ ਨੂੰ ਚੰਗਾ ਬਣਾਉਣਾ ਵਾ, ਸੋਹਣਾ ਬਣਾਉਣਾ ਵਾ। ਕੁਦਰਤ ਨੂੰ ਸੋਹਣਾ ਬਣਾਵਾਂਗੇ ਤੇ ਸਾਡੇ ਪਰਿਵਾਰ, ਸਾਡਾ ਆਪਣਾ ਆਪ, ਸਾਡਾ ਆਲਾ ਦੁਆਲਾ ਸੋਹਣਾ ਬਣੂਗਾ। ਉਹੀ ਗੁਰੂ ਨਾਨਕ ਸਾਹਿਬ ਜੀ ਗੱਲ ਕਰਦੇ ਆ ਕਿ ਜਦੋਂ ਤੁਸੀਂ ਆਪਣਾ ਆਪ ਸੋਹਣਾ ਬਣ ਲਿਆ, ਤੇ ਜਦੋਂ ਤੁਸੀਂ ਅੰਦਰੋਂ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਜਦੋਂ ਅਸੀਂ ਇਸ ਘਰ ਦੇ ਵਿੱਚ ਸੁੱਖ ਹੋ ਗਏ, ਸੁਖੀ ਹੋ ਗਏ, ਤੇ ਬਾਹਰ ਤਾਂ ਆਪਣੇ ਆਪ ਸੁਖੀ ਹੈ। ਬਿਲਕੁਲ। ਇਸ ਕਰਕੇ ਉਸ ਕੁਦਰਤ ਨੂੰ ਅਸੀਂ ਜਦੋਂ ਸੋਹਣਾ ਬਣਾਵਾਂਗੇ, ਚੰਗਾ ਬਣਾਵਾਂਗੇ, ਤੇ ਜ਼ਰੂਰ ਮਤਲਬ ਸਾਨੂੰ ਮਤਲਬ ਰੱਬ ਦੀ ਖੁਸ਼ੀ, ਜਿਹਨੂੰ ਅਸੀਂ ਰੱਬ ਕਹਿੰਦੇ ਆ, ਰੱਬ ਕਿੱਥੇ ਆ? ਰੱਬ ਸਾਡੇ ਅੰਦਰ। ਕਿਉਂਕਿ ਜੰਗਲ ਜੰਗਲ ਕਿਆ ਭਵੈ, ਫਰੀਦ ਸਾਹਿਬ ਜੀ ਕਹਿੰਦੇ ਆ, ਵਣ ਕੰਡਾ ਮੁੜੇ, ਕਹਿੰਦੇ ਵਸੀ ਰੱਬ ਹਿਆਲੀ, ਜੰਗਲ ਕਿਆ ਢੂੰਡੇ। ਬਿਲਕੁਲ ਜੀ, ਬਿਲਕੁਲ। ਕਿੱਡਾ ਵੱਡਾ ਤਰਕ ਆ ਭਾਈ ਸਾਹਿਬ ਜੀ। ਉਦੋਂ ਮਤਲਬ ਜੰਗਲਾਂ ਦੇ ਵਿੱਚ ਜਾ ਕੇ ਪੁੱਠੇ ਲਟ ਕੇ ਭਗਤੀ ਕੀਤੀ ਜਾਂਦੀ ਸੀ। ਹਾਂਜੀ। ਤੇ ਭਗਤ ਫਰੀਦ ਸਾਹਿਬ ਜੀ ਕਹਿੰਦੇ ਕਿੱਥੇ ਜੰਗਲਾਂ 'ਚ ਭੱਜਿਆ ਫਿਰਦਾ, ਰੱਬ ਤੇ ਤੇਰੇ ਅੰਦਰ ਤੁਰਿਆ ਫਿਰਦਾ। ਹਾਂਜੀ। ਹੁਣ ਜਿੱਦਾਂ ਭਗਤ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਵੇਖੋ ਤੁਸੀਂ, ਸਾਰੇ ਬੰਨੇ ਰੱਬ ਆ, ਹਰ ਇੱਕ ਥਾਂ ਰੱਬ ਆ। ਜੈ ਜੈ ਦੇਖੂੰ ਤੈ ਹਜੂਰ, ਦੂਰ ਕਤਹੂ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਦੇਖ ਲਓ। ਹਾਂਜੀ। ਹੁਣ
ਸੰਪਰਦਾਇਆਂ ਵੱਲੋਂ ਇੱਕ ਬਹੁਤ ਵੱਡਾ ਇਲਜ਼ਾਮ ਲਾਇਆ ਜਾਂਦਾ ਹੈ ਜੀ ਭਾਈ ਰਣਜੀਤ ਸਿੰਘ ਹੋਣਾ ਤੇ ਭਾਈ ਹਰਿੰਦਰ ਸਿੰਘ ਹੋਣਾ ਤੇ ਕਿ ਇਹ ਗੁਰਬਾਣੀ ਦੇ ਵਿਰੋਧੀ ਨੇ ਹਨਾ ਜੀ। ਇਹ ਗੁਰਬਾਣੀ ਦੇ ਵਿਰੋਧੀ ਨੇ, ਇਹ ਗੁਰੂ ਦੀ ਸੋਚ ਦੇ ਵਿਰੋਧੀ ਨੇ, ਇਹ ਗੁਰੂ ਸਾਹਿਬ ਦੇ ਵਿਰੋਧੀ ਨੇ। ਪਰ ਜਦੋਂ ਗੁਰੂ ਸਾਹਿਬ ਦੀਆਂ ਜਿਹੜੀਆਂ ਹੁਣ ਪੰਕਤੀਆਂ ਆਪਾਂ ਕੋਟ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਉਹ ਅੱਜ ਦੇ ਸਮੇਂ ਦੇ ਵਿੱਚ ਵੀ ਉਸੇ ਤਰੀਕੇ ਨਾਲ ਢੁਕਦੀਆਂ ਨੇ ਜੋ ਉਹ 500 ਸਾਲ ਪਹਿਲਾਂ ਸੀ ਜੀ। ਅੱਜ ਦੇ ਲਈ ਵੀ ਉਹ ਸਾਨੂੰ ਸਿਆਣੇ ਬਣਾਉਣ ਨੂੰ ਸਾਡੇ ਕੰਮ ਆ ਰਹੀਆਂ ਨੇ। ਸੋ ਉਹ ਆਪਾਂ ਨੂੰ ਉਹ ਜਿਹੜਾ ਗਿਆਨ ਹੈ ਉਹਨਾਂ ਲਈ ਉਹਨਾਂ ਤੋਂ ਅੱਜ ਵੀ ਉਸੇ ਤਰੀਕੇ ਨਾਲ ਮਿਲ ਰਿਹਾ। ਬਿਲਕੁਲ ਜੀ। ਗੁਰੂ ਸਾਹਿਬ ਸਭ ਅਸ਼ ਕਰ ਉੱਠਦਾ ਬੰਦਾ ਹੈ ਜਦੋਂ ਮੈਂ ਕਹਿੰਦਾ ਹੁਣ, ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਮੱਥਾ ਟੇਕੀਦਾ ਸੀ ਤੇ ਤੁਰ ਜਾਈਦਾ ਹੈ, ਪਰ ਜਦੋਂ ਦੀ ਵਿਚਾਰ ਚਾਲੂ ਹੋਈ ਹੈ ਨਾ, ਤੇ ਉਦੋਂ ਜਦੋਂ ਵੀ ਕੋਈ ਰਾਗੀ ਸਿੰਘ ਜਾਂ ਕੀਰਤਨੀਆ ਜਦੋਂ ਦਰਬਾਰ ਦੇ ਵਿੱਚ ਮੱਥਾ ਟੇਕਣ ਆਈਦਾ ਤਾਂ ਉਦੋਂ ਉਸੇ ਦਿਮਾਗ 'ਚ ਵੱਜਦੀ ਯਾਰ ਇਹ ਸ਼ਬਦ ਚੱਲ ਰਿਹਾ ਵਾ ਤੇ ਇਹਦਾ ਮਤਲਬ ਕਿਉਂਕਿ ਅਸੀਂ ਅੱਜ ਨਾ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਵਾਲੀ ਗੱਲ ਆ ਵੀ ਦੇਖਾ ਦੇਖੀ ਸਭ ਕੁਝ ਕਰੀ ਜਾਂਦੇ ਆ। ਹੁਣ ਜਦੋਂ ਅਸੀਂ ਗੱਲ ਕਰਦੇ ਆ ਕਿ ਬਾਝ ਗੁਰੂ ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੂਬਾ ਸੰਸਾਰ, ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ। ਤੇ ਕੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਣ ਕਿ ਮੇਰੇ ਬਗੈਰ ਸੰਸਾਰ ਡੁੱਬਾ ਵਾ? ਦੇਖੋ, ਕਿਉਂਕਿ ਇਹਨਾਂ ਸ਼ਬਦਾਂ ਦੀ ਬੜੀ ਡੂੰਘਾਈ ਦੇ ਨਾਲ ਵਿਚਾਰ ਹੋਣੀ ਚਾਹੀਦੀ ਹੈ। ਬਿਲਕੁਲ ਕਿ ਗੁਰਬਾਣੀ, ਇਹ ਤਾਂ ਸਾਨੂੰ ਨਹੀਂ ਪਤਾ, ਇਹ ਤੁਹਾਨੂੰ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਕਦੋਂ, ਕਿੱਥੇ, ਕਿਸ ਕਰਕੇ ਉਚਾਰਿਆ, ਪਰ ਮੈਨੂੰ ਕੀ ਸਮਝ ਲੱਗੀ ਇਹ ਤੋਂ ਕਿ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸੂਝ ਤੋਂ ਬਗੈਰ, ਸਮਝ ਤੋਂ ਬਗੈਰ, ਵਿਵੇਕ ਤੋਂ ਬਗੈਰ, ਗਿਆਨ ਤੋਂ ਬਗੈਰ ਸੰਸਾਰ ਡੁੱਬਦਾ ਜਾ ਰਿਹਾ। ਬਿਲਕੁਲ, ਬਚਾ ਲਓ। ਇੱਕ ਜਿਹੜੀ ਸਿੱਖਾਂ 'ਚ ਫਿਲਾਸਫੀ ਹੈ ਨਾ ਜੀ, ਜਦੋਂ ਜੋ ਗੁਰਬਾਣੀ ਨੂੰ ਵੇਖਣ ਦਾ ਨਜ਼ਰੀਆ ਹੈ, ਜਦੋਂ ਕੋਈ ਸੰਪਰਦਾਇ ਤੁਹਾਡੇ ਉੱਤੇ ਕੋਈ ਗਲਤ ਥੋਪਦਾ ਤਾਂ ਉਹ ਨਾਮ ਵਰਤਦਾ ਗੁਰੂ ਸਾਹਿਬ ਦਾ ਕਿ ਗੁਰੂ ਸਾਹਿਬ ਏਦਾਂ ਕਹਿੰਦੇ ਨੇ। ਬਿਲਕੁਲ, ਭਾਰ ਪੈ ਜੇ ਅਗਲਿਆਂ ਦੇ ਉੱਤੇ, ਤਾਂ ਅਗਲਾ ਮੂਹਰੇ ਬੋਲਣ ਜੋਗਾ ਨਾ ਰਹੇ ਵੀ ਹਾਂ ਵੀ ਤਾਂ ਗੁਰੂ ਸਾਹਿਬ ਨੇ ਕਿਹਾ। ਜਦ ਕਿ ਟਰਮ ਕੀ ਵਰਤਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਦੀ ਗੱਲ ਸਾਨੂੰ ਇਸ ਤਰੀਕੇ ਨਾਲ ਸਮਝ ਆਈ ਹੈ। ਕਿਉਂਕਿ ਅੱਜ ਤੱਕ ਸੈਂਕੜੇ ਟੀਕੇ ਹੋਏ ਨੇ, ਸਭ ਦੀਆਂ ਵੱਖੋ ਵੱਖਰੀਆਂ ਉਦਾਹਰਨਾਂ ਨੇ, ਬਿਲਕੁਲ ਵੱਖੋ ਵੱਖਰੀਆਂ, ਤੋਂ ਸਾਰੇ ਆਪਣੇ ਦੇ ਵਿੱਚ ਮਾਨਤਾ ਪ੍ਰਾਪਤ ਨੇ। ਸਾਰੀਆਂ ਸੰਪਰਦਾਵਾਂ ਵੱਖੋ ਵੱਖਰੇ ਤਰੀਕਾ ਨਾਲ ਮੰਨਦੀਆਂ ਨੇ, ਵੱਖੋ ਵੱਖਰੀ ਇਹਨਾਂ ਦੀ ਮਰਿਆਦਾ। ਸੋ ਆਪਾਂ ਜਦੋਂ ਦੇਖਦੇ ਹਾਂ ਕਿ ਜਿਹੜੀ ਅੱਜ ਆਪਾਂ ਗੱਲ ਕਰਦੇ ਆ ਉਹਦਾ ਹਾਏ ਹੁੱਲਾ ਕਿਉਂ ਜਿੱਦਾਂ ਮਨਾਇਆ ਜਾ ਰਿਹਾ, ਉਹਦਾ ਇੰਨਾ ਵਿਰੋਧ ਕਿਉਂ ਇਹਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਥੋੜੀ ਗਿਣਤੀ ਵਿਰੋਧ ਕਰ ਰਹੀ ਹੈ। ਜਦ ਕਿ ਆਮ ਜਿਹੜਾ ਇਨਸਾਨ ਹੈ ਨਾ, ਜਿਹੜਾ ਆਮ ਸਕੂਲ ਦੇ ਵਿੱਚ ਪੜ੍ਹਿਆ ਲਿਖਿਆ, ਜਦੋਂ ਇਹ ਗੱਲ ਸੁਣਦਾ, ਜਦੋਂ ਇਹ ਗੱਲਾਂ ਸਾਰੀਆਂ ਉਹਦੇ ਦਿਮਾਗ 'ਚ ਪੈਂਦੀਆਂ ਨੇ, ਉਹਦੇ ਗੱਲਾਂ ਕੋਟ ਕਰਦੀਆਂ ਨੇ। ਹਾਂ ਬਿਲਕੁਲ, ਉਹ ਗੁੰਡਾਗਰਦੀ ਤੋਂ ਡਰਦਾ, ਉਹ ਇਹਨਾਂ ਦੀਆਂ ਗਾਲਾਂ ਕੱਢਣ ਤੋਂ ਡਰਦਾ, ਉਹ ਇਹਨਾਂ ਸਾਰਿਆਂ ਤੋਂ ਡਰਦਾ, ਉਹ ਨਹੀਂ ਬੋਲਦਾ, ਉਹ ਗੱਲ ਵੱਖਰੀ ਹੈ। ਪਰ ਅੱਜ ਆਮ ਲੋਕ ਬੋਲਣੇ ਵੀ ਸ਼ੁਰੂ ਹੋ ਗਏ ਨੇ। ਤੁਸੀਂ ਦੇਖਦੇ ਹੋ ਕਿ ਆਮ ਆਵਾਮ ਦੇ ਵਿੱਚ ਇਸ ਚੀਜ਼ ਦਾ ਅਸਰ ਅੱਜ ਦਿਸ ਰਿਹਾ। ਇਹਦੇ ਨਾਲ ਗੁਰੂ ਸਾਹਿਬ ਦੀ ਜਿਹੜੀ ਛਵੀ ਹੈ, ਜਿਹੜੀ ਇਹਨਾਂ ਨੇ ਉਹਦੇ ਉੱਤੇ ਆਪਣੇ ਪੁਜਾਰੀ ਪੰਥ ਦੀ ਮਿੱਟੀ ਉਹਦੇ ਉੱਤੇ ਜਿਹੜੀ ਲਾ ਦਿੱਤੀ ਹੈ, ਉਸ ਨੂੰ ਅੱਜ ਲਾਉਣ ਦਾ ਕੰਮ ਹੋ ਰਿਹਾ ਤੇ ਉਹਦੇ ਵਿੱਚੋਂ ਜਿਹੜੀ ਗੁਰੂ ਸਾਹਿਬ ਦੀ ਛਵੀ ਹੈ ਉਹ ਬਹੁਤ ਉੱਭੜ ਕੇ ਸਾਹਮਣੇ ਆਵੇ। ਬਿਲਕੁਲ। ਤੇ ਉਹ ਜਦੋਂ ਤੁਸੀਂ ਉਹ ਚੀਜ਼ ਦੇਖਦੇ ਹੋ ਤਾਂ ਤੁਸੀਂ ਉਸ ਚੀਜ਼ ਦੇ ਨਾਲ ਆਪਣੇ ਆਪ ਸਤਿਕਾਰਤ ਹੁੰਦੇ ਹੋ। ਤੁਸੀਂ, ਤੁਹਾਡਾ ਆਪਣੇ ਆਪ ਦਿਲ ਕਰਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਿਰ ਨਿਵਾ ਕੇ ਉਹਨਾਂ ਨੂੰ ਆਪਣੇ ਪਾਤਸ਼ਾਹਾਂ ਵਾਂਗੂ ਰੱਖੀਏ, ਕਿਉਂਕਿ ਜਿਹੜੀਆਂ ਉਹਦੇ 'ਚ ਗੱਲਾਂ ਕੀਤੀਆਂ ਨੇ ਜਿਸ ਦੇ ਹਿਸਾਬ ਨਾਲ ਸਾਨੂੰ ਸਮਝ ਆਈ ਹੈ। ਪਰ ਜਦੋਂ ਤੁਸੀਂ ਇਹਨਾਂ ਦੀ ਵਿਆਖਿਆ ਸੁਣਦੇ ਹੋ, ਜਦੋਂ ਇਹਨਾਂ ਦੀ ਵਿਆਖਿਆ ਪ੍ਰਣਾਲੀ ਨੂੰ ਦੇਖਦੇ ਹੋ ਤੇ ਜਦੋਂ ਇਹਨਾਂ ਦੇ ਕੀਤੇ ਹੋਏ ਵਿਵਹਾਰ ਨੂੰ ਦੇਖਦੇ ਹੋ, ਤਾਂ ਫਿਰ ਤੁਹਾਨੂੰ ਲੱਗਦਾ ਹੈ ਯਾਰ ਇਹੋ ਜਿਹਾ ਸਿੱਖ ਤਾਂ ਨਹੀਂ ਕਿਸੇ ਨੇ ਬਣਾਉਣ ਦੀ ਸੋਚੀ ਹੋਵੇਗੀ, ਕਿਉਂਕਿ ਤਾਲੀਬਾਨੀ ਸੋਚ ਜਿਹੜੀ ਹੈ ਉਹ ਦੇਣਾ ਗੁਰੂ ਸਾਹਿਬ ਦਾ ਕੰਮ ਨਹੀਂ। ਮੈਨੂੰ ਲੱਗਦਾ ਸਾਡਾ ਟਾਈਮ ਵੀ ਲੱਗ ਆ ਗਿਆ ਕਿ ਕਿੰਨੇ ਕੁ ਮਿੰਟ ਰਹਿ ਗਏ ਹੋਣਗੇ? 2-4 ਮਿੰਟ ਰਹਿ ਗਏ ਤੇ ਆਪਾਂ ਅੱਜ ਦਾ ਐਪੀਸੋਡ ਇੱਥੇ ਹੀ ਫਿਰ ਠੀਕ ਹੈ ਜੀ ਸਮਾਪਤ ਕਰਾਂਗੇ। ਫਿਰ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਵੀ ਹੋਊਗਾ ਆਪਾਂ ਨਵਾਂ ਕੋਈ ਵਿਸ਼ਾ ਲੈ ਕੇ, ਨਵਾਂ ਗੁਰਬਾਣੀ ਦਾ ਜੋ ਜਿਸ ਤਰ੍ਹਾਂ ਵੀ ਹੋਊਗਾ ਫਿਰ ਉਹਦੀ ਵਿਚਾਰ ਕਰਾਂਗੇ। ਤੇ ਇੱਕ ਹੀ ਗੱਲ ਆ ਕਿ ਪ੍ਰਮਾਤਮਾ ਰੱਬ ਵਾਹਿਗੁਰੂ ਅੱਲਾ ਉਹ ਸਾਡੇ ਅੰਦਰ ਆ, ਕਿਉਂਕਿ ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਆਪਣੇ ਆਪ ਨੂੰ ਅੰਦਰ ਨਹੀਂ ਦੇਖਾਂਗੇ, ਕਿਉਂਕਿ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗੱਲ ਮੈਂ ਪਾਹਨ ਲੈ ਲਟਕਾਵੇ। ਸਾਹਿਬ ਕਹਿੰਦੇ ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਿਰਤਾ। ਕਹਿੰਦੇ ਬਾਹਰ ਰੱਬ ਲੱਭੀ ਜਾਂਦਾ ਵਾ, ਪਰ ਰੱਬ ਇਹਦੇ ਅੰਦਰ ਆ। ਇਹ ਇੰਜ ਸਮਝੋ ਵੀ ਜਿੱਦਾਂ ਪਾਣੀ ਦੇ ਵਿੱਚ ਮਧਾਣੀ ਪਾਈ ਆ, ਕਿਉਂਕਿ ਪਾਣੀ ਦੇ ਵਿੱਚ ਮਧਾਣੀ ਪਾਇਆ ਕੁਛ ਨਹੀਂ ਨਿਕਲਣਾ। ਇਸ ਕਰਕੇ ਪ੍ਰਮਾਤਮਾ ਨੂੰ ਅਸੀਂ ਇਸ ਤਰ੍ਹਾਂ ਲੱਭੀ ਜਾਂਦੇ, ਇਸ ਤਰ੍ਹਾਂ ਭਰਮ ਦੇ ਵਿੱਚ ਭੁੱਲੇ ਹੋਏ ਆ। ਸੋ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਹੋਈਆਂ ਨੇ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।